ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਦਾਰ ਪ੍ਰਿਤਪਾਲ ਸਿੰਘ ਗਿੱਲ ਨਾਲ, ਜਿਹੜੇ ਕਿ ਇੱਕ ਨਾਮਵਰ ਲੇਖਕ ਨੇ। ਆ ਇੱਕ ਲੇਖਕ ਦੀ ਜ਼ਿੰਦਗੀ ਦੇ ਵਿੱਚ ਬਹੁਤ ਐਸੇ ਇਵੈਂਟਸ ਹੁੰਦੇ ਨੇ ਜਿਸ ਨੂੰ ਕਿ ਉਹ ਲਿਖਤਾਂ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ। ਤੇ ਚੰਗੇ ਸਾਹਿਤ ਦੀ ਅੱਜ ਅਸੀਂ ਇਸ ਕਰਕੇ ਕਹਿੰਦੇ ਹਾਂ ਲੋੜ ਹੈ ਕਿਉਂਕਿ ਸਮਾਜ ਵਿੱਚ ਜੋ ਆਲੇ ਦੁਆਲੇ ਸਾਡੇ ਚੱਲ ਰਿਹਾ ਹੈ ਉਸ ਵਿੱਚ ਬਿਹਤਰੀ ਲਿਆਉਣ ਵਾਸਤੇ ਇੱਕ ਜੋ ਦਾਰਸ਼ਨਿਕ ਹੈ, ਇੱਕ ਲੇਖਕ ਹੈ, ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਆਓ ਅੱਜ ਇਹਨਾਂ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਤੇ ਜਾਣਕਾਰੀ ਲੈਂਦੇ ਹਾਂ ਕਿ ਕਿਹੜੀ ਚੀਜ਼ ਇਹਨਾਂ ਨੂੰ ਪ੍ਰੇਰਿਤ ਕਰਦੀ ਹੈ ਜੋ ਇਹ ਲਿਖਦੇ ਨੇ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਟੂ ਦ ਪ੍ਰੋਗਰਾਮ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਪ੍ਰਿਤਪਾਲ ਸਿੰਘ ਗਿੱਲ ਜੀ, ਥੋੜ੍ਹਾ ਜਿਹਾ ਆਪਣੇ ਪਿਛੋਕੜ ਦੱਸੋ, ਕਿੱਥੋਂ ਤੁਸੀਂ ਆਏ ਹੋ ਤੇ ਇਹ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆ ਤੁਹਾਨੂੰ? ਹਾਂਜੀ, ਇੱਦਾਂ ਸੀ ਕਿ ਮੈਂ ਪਿੱਛੋਂ ਚੰਡੀਗੜ੍ਹ ਦੇ ਕੋਲ ਮਰਿੰਡਾ ਕਸਬਾ ਹੈਗਾ ਜੀ, ਮੈਂ ਉੱਥੇ ਦਾ ਰਹਿਣ ਵਾਲਾ ਹੈਗਾ ਤੇ ਮੋਸਟਲੀ ਮੇਰੀ ਜੋ ਐਜੂਕੇਸ਼ਨ ਚੰਡੀਗੜ੍ਹ ਦੀ ਹੈਗੀ ਆ ਤੇ ਮੈਂ ਅੰਮ੍ਰਿਤਸਰ ਵੀ ਪੜ੍ਹਿਆ ਹੈਗਾ ਜੀ, ਖਾਲਸਾ ਕਾਲਜ ਦੇ ਵਿੱਚ 1 ਸਾਲ 2 ਸਾਲ। ਸੋ ਉਹ ਸਾਰਾ ਜਿਹੜਾ ਪ੍ਰਭਾਵ ਹੈਗਾ ਮੇਰੇ ਪਰਿਵਾਰ ਦੇ ਵਿੱਚ, ਮੇਰੀ ਸਿਸਟਰ ਲਿਖਦੇ ਸੀ ਭੈਣ ਜੀ, ਉਹਨਾਂ ਤੋਂ ਪ੍ਰਭਾਵਿਤ ਹੋਇਆ। ਮੇਰੇ ਪਿਤਾ ਜੀ ਨੂੰ ਵੀ ਸ਼ੌਕ ਸੀ, ਸੋ ਘਰ ਦਾ ਮਾਹੌਲ ਥੋੜ੍ਹਾ ਜਿਹਾ ਸਾਹਿਤਕ ਸੀ, ਉਸ ਬੇਸ ਦੇ ਉੱਤੇ ਮੈਨੂੰ ਵੀ ਚਿਣਗੇ ਲੱਗੀ। ਬਹੁਤ ਖੂਬ। ਸੋ ਕੀ ਕਾਲਜ ਡੇਜ਼ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ? ਨਹੀਂ ਜੀ, ਇੱਦਾਂ ਸੀ, ਉਦੋਂ ਮੈਨੂੰ ਚਿਣਕ ਤਾਂ ਹੈਗੀ ਸੀ ਪਰ ਮੈਨੂੰ ਸਮਝ ਨਹੀਂ ਮੇਰੇ ਅੰਦਰ ਹੈ ਕੀ ਆ। ਮੈਂ ਲਾਅ ਕਰਦਾ ਸੀ ਦੇਹਰਾਦੂਨ ਦੇ ਵਿੱਚ। ਉਸ ਟਾਈਮ ਇੱਕ ਨਿਹੰਗ ਸਿੰਘ ਸੀ ਸਾਹਮਣੇ ਤੋਂ, ਤੇ ਮੈਂ ਦੇਖਿਆ ਵੀ ਉਹ ਬੜਾ, ਮੈਨੂੰ ਲੱਗਿਆ ਬੜਾ ਕਮਾਲ ਦਾ ਕਰੈਕਟਰ ਸੀ। ਉਸ ਟਾਈਮ ਦੇ ਵਿੱਚ ਮੈਂ ਲਾਅ ਪੜ੍ਹਦਾ ਇੱਕ ਕਹਾਣੀ ਲਿਖੀ, ਇਹਨੂੰ ਭੇਜੀ ਆਪਣੇ ਅਜੀਤ ਅਖਬਾਰ ਨੂੰ, ਜਿਹੜਾ ਸਭ ਤੋਂ ਵਧੀਆ ਅਖਬਾਰ ਸੀ ਉਸ ਟਾਈਮ ਦਾ ਤੇ ਹੁਣ ਵੀ ਹੈਗਾ। ਤੇ ਉਸ ਟਾਈਮ ਦੇ ਵਿੱਚ ਉਹਨੇ ਮੁੱਖ ਪੰਨੇ ਤੇ ਛਾਪੀ ਤੇ ਉਹਦੇ ਲਿਖਿਆ ਮਨੁੱਖਤਾ ਦਾ ਪੁਜਾਰੀ ਨਿਹੰਗ ਸਿੰਘ। ਉਹਨਾਂ ਨੇ ਹੈਡਿੰਗ ਬਦਲਤਾ ਸੀ, ਪਰ ਜਦੋਂ ਰੰਗਦਾਰ ਉਹ ਕਹਾਣੀ ਛਪੀ ਉਸ ਟਾਈਮ ਦੇ ਵਿੱਚ 70s, ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਗੱਲ ਮੈਂ ਕੁਝ ਚੰਗਾ ਲਿਖਿਆ। ਸੋ ਉੱਥੋਂ ਇੰਸਪਾਇਰ ਹੋ ਕੇ ਤੁਹਾਡਾ ਇਸ ਪਾਸੇ ਧਿਆਨ ਜਿਹੜਾ ਵਧਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਮੈਂ 1976 'ਚ ਇੱਥੇ ਆ ਗਿਆ। ਮੈਂ ਐਡਮਿੰਟਨ ਦੇ ਵਿੱਚ ਸੀ ਜੀ। ਉਸ ਟਾਈਮ 1984 ਦੇ ਵਿੱਚ ਅਟੈਕ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ। ਜਦੋਂ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ, ਉਸ ਟਾਈਮ ਦੇ ਵਿੱਚ ਮੇਰੇ ਬ੍ਰਦਰ ਨੇ ਮੈਨੂੰ ਚਿੱਠੀ ਲਿਖੀ ਵੀ ਆਹ ਹਾਲ ਹੋਇਆ ਸਾਡੇ ਸ਼ਹਿਰ ਦਾ, ਕਿਉਂਕਿ ਮੈਂ ਉੱਥੇ ਰਿਹਾ ਸੀ ਸਾਲ, 1.5 ਸਾਲ 2 ਸਾਲ ਰਿਹਾ ਸੀ ਮੈਂ ਉੱਥੇ। ਇੱਕ ਮੇਰੀ ਕਵਿਤਾ ਫਿਰ ਆਈ ਸ਼ਹਿਰ, ਤੇ ਉਹ ਫਿਰ ਅੰਮ੍ਰਿਤਸਰ ਬਾਰੇ ਉਹ ਸ਼ਹਿਰ ਕਵਿਤਾ ਲਿਖੀ। ਔਰ ਉਸ ਮੇਰੀ ਜੋ ਇੰਡੀਪੈਂਡੈਂਟ ਟਾਈਮਸ ਦੇ ਵਿੱਚ, ਜਿਹੜਾ ਬੜਾ ਮਸ਼ਹੂਰ ਅਖਬਾਰ ਹੈ ਇੱਥੇ ਦਾ, ਉਹਦੇ ਵਿੱਚ ਛਪੀ ਸੀ। ਤੇ ਉਹ ਬਾਈ ਚਾਂਸ ਉਸ ਟਾਈਮ ਦੇ ਬਿਹਤਰੀਨ ਲੇਖਕ ਜੋ ਪਟਿਆਲੇ ਵਿੱਚ ਸੁਰਜੀਤ ਸਿੰਘ ਸੇਠੀ ਸੀ, ਬਹੁਤ ਵੱਡੇ ਰਾਈਟਰ ਸੀ, ਉਹ ਕਿਤੇ ਇੱਥੇ ਆਏ ਸੀ। ਉਹਨੇ ਉਹ ਕਹਾਣੀ ਪੜ੍ਹੀ ਤੇ ਉਹਨੇ ਮੈਨੂੰ ਲੱਭ ਕੇ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਤੇਰੀ ਕਵਿਤਾ ਪੜ੍ਹੀ ਹੈ। ਤੇ ਜਦੋਂ ਉਹ ਕਵਿਤਾ ਕਹਿੰਦਾ ਮੈਂ ਪੜ੍ਹੀ ਤੇ ਮੇਰੇ ਹੰਝੂ ਆ ਗਏ। ਤੇ ਇਹੋ ਜਿਹੇ ਵੱਡੇ ਸ਼ਖਸ ਦਾ, ਐਡੇ ਵੱਡੇ ਰਾਈਟਰ ਦਾ ਮੈਨੂੰ ਥਾਪੜਾ ਮਿਲਣਾ ਮੇਰੇ ਲਈ ਉਹ ਸ਼ੁਭ ਸ਼ਗਨ ਸੀ ਤੇ ਉੱਥੋਂ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਸੋ ਜਿਸ ਤਰ੍ਹਾਂ ਤੁਹਾਡੀ ਗੱਲਾਂ ਨੇ ਉਹਦੇ 'ਚੋਂ ਇਹ ਲੱਗਦਾ ਹੈ ਕਿ ਤੁਸੀਂ ਜੋ ਆਲੇ ਦੁਆਲੇ ਸਾਡੇ ਆਸ-ਪਾਸ ਜੋ ਚੱਲ ਰਿਹਾ ਹੁੰਦਾ ਹੈ ਉਹਨਾਂ ਤੋਂ ਪ੍ਰੇਰਿਤ ਹੋ ਕੇ ਤੁਹਾਡੀ ਲਿਖਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਮਿਸਾਲ ਦੇ ਤੌਰ 'ਤੇ ਤੁਸੀਂ ਕਿਹਾ ਅਟੈਕ ਹੋਇਆ ਜਾਂ ਤੁਸੀਂ ਕਿਸੇ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਪ੍ਰੇਰਿਤ ਹੋਏ। ਸੋ ਕੇਂਦਰਿਤ ਜਿਹੜਾ ਤੁਹਾਡਾ ਭਾਵ ਹੁੰਦਾ ਹੈਗਾ ਕਿ ਜੋ ਸਾਡੇ ਰੋਜ਼ਮਰਾ ਜ਼ਿੰਦਗੀ 'ਚ ਹੁੰਦਾ ਹੈ ਉਸ ਨੂੰ ਤੁਸੀਂ ਉਜਾਗਰ ਕਰਦੇ ਹੋ ਜੀ? ਬਿਲਕੁਲ। ਮੈਂ ਸਮਝਦਾ ਜਿਹੜਾ ਹਰੇਕ ਲੇਖਕ ਆ ਉਹਦਾ ਇਹ ਫਰਜ਼ ਬਣਦਾ ਹੈ ਕਿ ਉਸ ਸਮੇਂ ਦੀ ਟੋਨ ਨੂੰ ਪਹਿਚਾਵੇ। ਜੋ ਸਮਾਜ ਕੋਈ ਚੰਗਾ ਹੋ ਰਿਹਾ ਹੈ ਉਸ ਦੀ ਉਹ ਪ੍ਰਸ਼ੰਸਾ ਕਰੇ ਆਪਣੀ ਲਿਖਤੀ ਥਰੂ, ਪਰ ਜੇ ਕੋਈ ਗਲਤ ਹੋ ਰਿਹਾ ਹੈ ਤਾਂ ਉਸ ਦੀ ਉਹ ਖੁੱਲ੍ਹ ਕੇ ਨਿੰਦਾ ਕਰੇ ਜੀ। ਮੈਂ ਇਹ ਮਹਿਸੂਸ ਕਰਦਾ ਜੀ, ਔਰ ਮੈਂ ਇਸ ਆਧਾਰ ਦੇ ਉੱਤੇ ਕੋਸ਼ਿਸ਼ ਕਰਦਾ ਮੈਂ ਲਿਖਾਂ ਜੀ, ਔਰ ਮੈਂ ਲਿਖਣ ਦੀ ਕੋਸ਼ਿਸ਼ ਕਰਦਾ। ਸੋ ਪ੍ਰਿਤਪਾਲ ਸਿੰਘ ਗਿੱਲ ਜੀ, ਇਹ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਪ੍ਰੇਰਿਤ ਕਰਦੀ ਹੈ ਸਭ ਕੁਝ ਕਰਨ ਲਈ? ਤੁਸੀਂ ਕੀ ਸਮਝਦੇ ਹੋ ਆਫਟਰ ਆਲ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸਾ ਵਿਅਕਤੀ ਜਾਂ ਕੁਝ ਐਸੀ ਸੋਚ ਜਿਹੜੀ ਹੁੰਦੀ ਹੈ ਜਿਹੜੀ ਤੁਹਾਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਕਿ ਤੁਸੀਂ ਇੰਸਪਾਇਰ ਹੁੰਦੇ ਹੋ ਤੇ ਇਹ ਲਿਖਤਾਂ ਲਿਖਦੇ ਹੋ? ਤੁਹਾਡੇ ਵਾਸਤੇ ਉਹ ਕੀ ਚੀਜ਼ ਹੈਗੀ ਹੈ? ਮੇਰੇ ਵਾਸਤੇ ਤਾਂ ਇਹੀ ਹੈ ਜੀ, ਜਦੋਂ ਮੈਂ ਇਸ ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਮੈਂ ਮਨੁੱਖਤਾ ਦਾ ਘਾਣ ਹੁੰਦਾ ਦੇਖਦਾ, ਗਲਤ ਕੰਮ ਹੁੰਦਾ ਦੇਖਦਾ, ਜਿਹੜੇ ਮਨੁੱਖਤਾ ਦੇ ਦਰਦ ਹੁੰਦੇ ਆ ਉਹ ਮੇਰੇ ਤੋਂ ਸਹੇ ਨਹੀਂ ਜਾਂਦੇ। ਜੇ ਮੈਂ ਉਹ ਨਹੀਂ ਲਿਖੂੰਗਾ ਤਾਂ ਮੇਰੇ ਲਈ ਜਿਉਣਾ ਮੁਸ਼ਕਲ ਹੋ ਜਾਏਗਾ, ਮੈਂ ਇਹ ਕਹੂੰਗਾ। ਸੋ ਜਦੋਂ ਮੈਂ ਲਿਖ ਦਿੰਦਾ ਹੈਗਾ, ਜਦੋਂ ਮੈਂ ਆਪਣੇ ਵਲਵਲੇ ਕਵਿਤਾ ਰਾਹੀਂ ਜਾਂ ਕਿਸੇ ਲੇਖ ਰਹੀ ਬਾਹਰ ਕੱਢ ਦਿੰਦਾ ਤਾਂ ਮੈਂ ਆਰਾਮ ਦੇ ਨਾਲ ਸੌਂ ਸਕਦਾ ਜੀ। ਠੀਕ। ਹੁਣ ਤੱਕ ਕਿੰਨੀਆਂ ਕੁ ਕਿਤਾਬਾਂ ਤੁਸੀਂ ਪ੍ਰਕਾਸ਼ਿਤ ਕਰ ਚੁੱਕੇ ਹੋ? ਮੇਰੀਆਂ ਹੁਣ ਤੱਕ ਜੀ 4 ਕਿਤਾਬਾਂ ਆ ਚੁੱਕੀਆਂ ਜੀ। ਠੀਕ ਹੈ। ਹਾਂਜੀ ਹਾਂਜੀ। ਤੇ ਇਹ ਕਿਤਾਬਾਂ ਦੇ ਵਿੱਚ ਹਰ ਇੱਕ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਚੀਜ਼ ਜਿਹੜੀ ਮਨੁੱਖਤਾ ਲਈ ਹਾਨੀਕਾਰਕ ਹੈਗੀ ਹੈ ਉਸ ਨੂੰ ਤੁਸੀਂ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ? ਬਿਲਕੁਲ ਠੀਕ ਹੈ। ਜੋ ਵੀ ਚੰਗੀ ਗੱਲ ਦੀ, ਜਿਸ ਤਰ੍ਹਾਂ ਮੈਂ ਦੱਸਿਆ ਹੁਣੇ ਤੁਸੀਂ ਦੇਖਿਆ ਹੈਗਾ, ਸਾਡੇ ਇੱਕ ਬੜੀ ਉਸ ਤੋਂ ਪਹਿਲੀ ਘਟਨਾ ਇਹ ਸੀ ਵੀ ਵਾਈਟ ਹਾਊਸ ਦੇ ਵਿੱਚ ਬਰਾਕ ਓਬਾਮਾ ਜੀ ਆਏ ਸੀ, ਔਰ ਮੇਰੇ ਲਈ ਕੋਈ ਏਡੀ ਬੜੀ ਇਤਿਹਾਸਕ ਘਟਨਾ ਸੀ, ਔਰ ਜਿੱਥੋਂ ਮੈਂ ਸਰਸ਼ਾਰ ਹੋ ਗਿਆ। ਤੇ ਉਸ ਸੰਬੰਧ ਦੇ ਵਿੱਚ ਫਿਰ ਮੈਂ ਇੱਕ ਕਵਿਤਾ ਬਰਾਕ ਓਬਾਮਾ ਦੇ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਸੀ ਉਦੋਂ ਮੈਂ ਲਿਖੀ ਵੀ ਅੱਜ ਇੱਕ ਇਤਿਹਾਸ ਦਾ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ। ਇਸੇ ਹੀ ਤਰ੍ਹਾਂ ਜਦੋਂ ਹੁਣ ਕੇਜਰੀਵਾਲ ਜੀ ਪਿਛਲੇ ਸਾਲ ਬਣੇ ਤੇ ਹੁਣ ਫਿਰ ਆਏ ਨੇ, ਤੇ ਮੇਰੇ ਲਈ ਮੈਂ ਸਮਝਦਾ ਹੈ ਕਿ ਇਹ
ਇਨਸਾਨੀਅਤ ਦੇ ਲਈ, ਸਾਰੀ ਦੁਨੀਆ ਦੇ ਲਈ ਮੈਂ ਸਮਝਦਾ ਇੱਕ ਬੜਾ ਸ਼ੁਭ ਸ਼ਗਨ ਹੈ। ਔਰ ਉਹ ਇਨਕਲਾਬ ਜਿਹੜਾ ਗਨ ਨਾਲ ਨਹੀਂ ਬਲਕਿ ਵੋਟਾਂ ਦੇ ਨਾਲ ਜਿਹੜੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੁਨੀਆ ਵਿੱਚ ਸਹਿਲਾਈ ਜਾਂਦੀ ਹੈ, ਪਰ ਅੱਜ ਉਸ ਦੇ ਨਾਲ ਇੱਕ ਹੋਰ ਠੱਪਾ ਲੱਗ ਗਿਆ ਕਿ ਵਾਕਈ ਹਿੰਦੁਸਤਾਨ ਦੇ ਵਿੱਚ ਬਹੁਤ ਕਮਾਲ ਦੀ ਡੈਮੋਕ੍ਰੇਸੀ ਆ ਔਰ ਮੈਂ ਉਸ ਨੂੰ ਸ਼ਾਬਾਸ਼ ਦਿੰਦਾ, ਆਸ਼ਿਸ਼ ਕਰਦਾ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ। ਸੋ ਜੋ ਤੁਸੀਂ ਲਿਖਿਆ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ, ਜਿਹੜਾ ਅਰਵਿੰਦ ਕੇਜਰੀਵਾਲ ਦੇ ਸੰਬੰਧ ਵਿੱਚ ਤੁਸੀਂ ਕੁਝ ਲਿਖਿਆ। ਠੀਕ ਹੈ ਸਰ, ਠੀਕ ਹੈ। ਤੇ ਜਦੋਂ ਕੇਜਰੀਵਾਲ ਜੀ ਪਹਿਲੀ ਵਾਰ 2014 ਜਨਵਰੀ ਦੇ ਵਿੱਚ ਬਣੇ ਤੇ ਇੱਕ ਸਾਰੀ ਮਨੁੱਖਤਾ ਜਾਗ ਪਈ ਤੇ ਲੋਕਾਂ ਨੂੰ ਨਵੀਆਂ ਉਮੀਦਾਂ ਹੋਈਆਂ, ਤੇ ਉਦੋਂ ਮੈਂ ਕੀ ਲਿਖਿਆ ਸੀ ਉਹ ਤੇ ਫਿਰ ਦੂਜੀ ਸ਼ੋਰ ਪਲੀਜ਼। ਕ੍ਰਿਸ਼ਮਾ ਦਿੱਲੀ ਨਹੀਂ ਵੱਡੇ ਦਿਲ ਵਾਲੀਏ, ਇਹ ਕੀ ਕ੍ਰਿਸ਼ਮਾ ਕਰ ਤੂੰ ਵਿਖਾਇਆ, ਲਹੂ ਨਾ ਨੁੱਚੜਦੇ ਇਤਿਹਾਸ ਦੇ ਪੰਨਿਆਂ ਚੋਂ ਨੀ ਲੋਕਾਂ ਦਾ ਮਸੀਹਾ ਕੇਜਰੀਵਾਲ ਤੇਰੇ ਕੋਲ ਆਇਆ। ਸਦੀਆਂ ਤੋਂ ਤੇਰੇ ਮੱਥੇ ਕਲੰਕ ਜੋ ਸੀ ਲੱਗਦਾ, ਧੋ ਕੇ ਕਲੰਕ ਹਾਰ ਲੋਕਾਂ ਗਲ ਪਾਇਆ। ਹੁਣ ਤੱਕ ਕੀਤੇ ਸੀ ਜੋ ਪਾਪ ਤੂੰ ਦਿੱਲੀਏ, ਲੋਕਾਂ ਦੇ ਜ਼ਖਮਾਂ ਤੇ ਮੱਲਮ ਹੈ ਲਾਇਆ। ਸਾਹ ਸੂਤੀ ਪਈ ਸੀ ਲੁਕਾਈ ਜੋ ਦਿੱਲੀਏ, ਖੁਸ਼ੀਆਂ ਦਾ ਹੜ ਬੰਨੇ ਤੋੜ ਘਰੋਂ ਘਰ ਆਇਆ। ਤੇਰੇ ਰਾਜਿਆਂ ਦੇ ਮਹਿਲਾਂ ਵਿੱਚ ਹੁੰਦੀ ਸੀ ਤੋਏ ਤੋਏ, ਦਿੱਲੀਏ ਨਹੀਂ ਆਮ ਆਦਮੀ ਪਾਰਟੀ ਦਾ ਰਾਜ ਅੱਜ ਆਇਆ। ਸੱਚੇ ਸੁੱਚੇ ਲੋਕ ਰਾਜ ਦਾ ਕ੍ਰਿਸ਼ਮਾ, ਆਪ ਲੋਕਾਂ ਦੇ ਪਹਿਰ ਛੂਹਣ ਆਇਆ। ਦਿੱਲੀ ਨਹੀਂ ਵੱਡੇ ਦਿਲ ਵਾਲੀਏ, ਸਾਰੇ ਭਾਰਤ ਵਿੱਚ ਆਮ ਆਦਮੀ ਦਾ ਸੂਰਜ ਚੜ ਆਇਆ। ਲਾਲ ਬੱਤੀ ਨਾ ਬੰਗਲਾ ਤੇ ਨਾ ਪਹਿਰੇਦਾਰ, ਦੱਸ ਨਹੀਂ ਦਿੱਲੀਏ ਕੀ ਕ੍ਰਿਸ਼ਮਾ ਕਰ ਤੂੰ ਵਿਖਾਇਆ। ਦੱਸ ਨਹੀਂ ਦਿੱਲੀਏ ਕੀ ਕ੍ਰਿਸ਼ਮਾ ਕਰ ਤੂੰ ਵਿਖਾਇਆ। ਤੇ ਹੁਣ ਸੁਣੋ ਜੀ, 9 ਜਨਵਰੀ 2015 ਨੂੰ ਆਮ ਆਦਮੀ ਦੀ ਪਾਰਟੀ ਦੀ ਦਿੱਲੀ ਵਿੱਚ ਇਤਿਹਾਸਕ ਜਿੱਤ ਤੇ ਅਰਵਿੰਦ ਕੇਜਰੀਵਾਲ ਨੂੰ ਸਮਰਪਿਤ ਕਰਤਾ। ਅਸੀਂ ਅਕਸਰ ਕਹਿੰਦੇ ਹਾਂ, ਅਸੀਂ ਸੁਣਦੇ ਹਾਂ ਹਿੰਦੁਸਤਾਨ 'ਚ ਕਾਹਦੀ ਡੈਮੋਕ੍ਰੇਸੀ ਕੀ ਹੈ ਜੀ, ਪਰ ਮੈਂ ਸੱਚੀ ਗੱਲ ਮੈਨੂੰ ਇਦਾਂ ਲੱਗ ਰਿਹਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਔਰ ਮੈਂ ਸਮਝਦਾ ਤੁਸੀਂ ਜਿਹੜੀ ਕਹਿੰਦੇ ਵੀ ਡੈਮੋਕ੍ਰੇਸੀ ਨਹੀਂ ਹੈਗੀ, ਪਰ ਮੈਂ ਇਹ ਚਾਹੁੰਦਾ ਇੱਕ ਘਟਨਾ ਦੇ ਨਾਲ ਪ੍ਰੂਫ ਹੋਇਆ ਕਿ ਹਿੰਦੁਸਤਾਨ ਡੈਮੋਕ੍ਰੇਸੀ ਹੈ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ, ਬਣ ਪਰੌਣਾ ਟੁਕਿਆ ਹੈ ਉਹ ਲੋਕਾਂ ਜਸ਼ਨ ਮਨਾਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ, ਰੋਸੇ ਗਿਲੇ ਸ਼ਿਕਵੇ ਦੂਰ ਹੋਏ ਹੜ ਖੁਸ਼ੀਆਂ ਦਾ ਆਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ, ਸਾਨ ਨੇ ਜੋ ਕੋਹਰਾਮ ਮਚਾਇਆ, ਨਕੇਲ ਪਾ ਜ਼ਮੀ ਉਤੇ ਬਿਠਾਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ। ਕੌਣ ਕਹਿੰਦਾ ਹੈ ਲੋਕਤੰਤਰ ਨਹੀਂ, ਚਾਰੇ ਕੂਟਾਂ ਇੱਕ ਸੁਰ ਗਾਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ। ਨੱਥੂ ਰਾਮ ਗੌਡਸੇ ਦੀ ਸੋਚ ਦੀ ਅਰਥੀ ਨਿਕਲੀ, ਅੰਬਰੋਂ ਗਾਂਧੀ ਜੀ ਫੁੱਲਾਂ ਦਾ ਮੀਂਹ ਵਰਾਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ, ਬਣ ਕੇ ਮਸੀਹਾ ਲੋਕਤੰਤਰ ਦਾ ਕੇਜਰੀਵਾਲ ਦਿੱਲੀ ਵਿੱਚ ਹੈ ਆਇਆ। ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ, ਭਾਰਤ ਵਿੱਚ ਹੈ ਆਇਆ ਲੋਕੋ ਲੋਕਤੰਤਰ ਹੈ ਆਇਆ। ਬਹੁਤ ਖੂਬ। ਸੋ ਉਹ ਹਕੀਕਤ ਜਿਹੜੀ ਤੁਸੀਂ ਲਫ਼ਜ਼ਾਂ ਦੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਹੈਗੇ ਹੋ, ਇਹ ਬਹੁਤ ਵਧੀਆ ਗੱਲ ਹੈ, ਕਿਉਂਕਿ ਇੱਕ ਲੇਖਕ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਚੇਤਨਾ ਜਿਹੜੀ ਲਿਆਉਂਦਾ ਉਸ ਨਾਲ ਲੋਕਾਂ ਦੀ ਸੋਚ ਵਿੱਚ ਬਦਲਾਅ ਆ ਸਕਦਾ ਹੈ। ਸੋ ਭਾਰਤ ਵਿੱਚ ਜਿਸ ਤਰ੍ਹਾਂ ਤੁਸੀਂ ਇਹ ਸਭ ਕੁਝ ਕੀਤਾ ਆਪਣੀ ਕਿਤਾਬਾਂ ਵਿੱਚ, ਜੋ ਸਾਡੇ ਇੱਥੇ ਕੈਨੇਡਾ ਵਿੱਚ ਵੀ ਅੱਜ ਅਸੀਂ ਦੇਖ ਰਹੇ ਹਾਂ ਕਿ ਕਾਫੀ ਐਸੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਕਈ ਵਾਰ ਸਾਨੂੰ ਗੱਲ ਕਰਦੇ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ। ਡੋਮੈਸਟਿਕ ਵਾਇਲੈਂਸ ਦੀ ਗੱਲ ਕਰੀਏ ਜਾਂ ਅਸੀਂ ਭਰੂਣ ਹੱਤਿਆ ਦੀ ਗੱਲ ਕਰੀਏ ਜਾਂ ਹੋਰ ਕਰਪਸ਼ਨ ਕੇਸਿਸ ਦੀ ਅਸੀਂ ਗੱਲ ਕਰੀਏ ਜਾਂ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਸਿਆਸਤ ਅਸੀਂ ਲੈ ਕੇ ਆ ਰਹੇ ਹਾਂ, ਉਸ ਤੋਂ ਲੋਕ ਕਾਫੀ ਚਿੰਤਤ ਨੇ ਤੇ ਖਾਸ ਤੌਰ 'ਤੇ ਨਵੀਂ ਪਨੀਰੀ। ਇਹਦੇ ਸੰਬੰਧ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿਵੇਂ ਤੁਸੀਂ ਲਿਖਤਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਲਿਆ ਸਕਦੇ ਹੋ? ਹਾਂਜੀ, ਇੱਥੇ ਦੇ ਜੋ ਘਟਨਾਵਾਂ ਵਾਪਰਦੀਆਂ ਨੇ ਤੇ ਮੈਂ ਖੁਦ ਮਹਿਸੂਸ ਕਰਦਾ ਹਾਂ ਕਿ ਅਸੀਂ ਇਹ ਦੇਸ਼ ਇਸ ਲਈ ਚੁਣਿਆ ਹੈ ਕਿ ਦੁਨੀਆ ਦਾ ਸਵਰਗ ਹੈ। ਅਸੀਂ ਇਹ ਮਹਿਸੂਸ ਆਪਾਂ ਸਾਰੇ ਮਹਿਸੂਸ, ਪਰ ਮੈਨੂੰ ਇਦਾਂ ਲੱਗਦਾ ਹੈ ਕਿ ਕਈ ਵਾਰ ਜਿਸ ਸਿਸਟਮ ਤੋਂ ਅਸੀਂ ਤੰਗ ਹੋ ਕੇ ਇੱਥੇ ਆਏ ਸੀ, ਅਸੀਂ ਉਸ ਸਿਸਟਮ ਨੂੰ ਅਸੀਂ ਇੱਥੇ ਆ ਕੇ ਗੰਦਾ ਕਰ ਰਹੇ ਹਾਂ। ਔਰ ਇਹਦੇ ਲਈ ਮੇਰੀ ਆਤਮਾ ਮੈਨੂੰ ਇਜਾਜ਼ਤ ਨਹੀਂ ਦਿੰਦੀ ਹੈਗੀ, ਕਿਸੇ ਦੀ ਵੀ ਨਹੀਂ। ਮੇਰੇ ਖਿਆਲ ਅਸੀਂ ਇਸ ਦੇਸ਼ ਨੂੰ ਸਵੱਛ ਬਣਾਉਣਾ ਚਾਹੁੰਦੇ ਹਾਂ ਔਰ ਉਸ ਦੇ ਲਈ ਮੈਂ ਸਮਝਦਾ ਹੈ ਸਾਨੂੰ ਇਸ ਦੇਸ਼ ਨੂੰ ਸ਼ੁੱਧ ਹੀ ਰੱਖਣਾ ਚਾਹੀਦਾ ਹੈ। ਸਾਨੂੰ ਜੋ ਇੰਡੀਆ ਦੇ ਵਿੱਚ ਸਾਡੇ ਜੋ ਸਿਆਸਤ ਹੈ, ਜੋ ਸਾਡੀਆਂ ਹੈਬਿਟਸ ਆ, ਜੋ ਅਸੀਂ ਗਲਤ ਕੰਮ ਕਰਦੇ ਹਾਂ, ਸਾਨੂੰ ਇੱਥੇ ਬਿਲਕੁਲ ਆ ਕੇ ਨਹੀਂ ਲੈ ਕੇ ਆਉਣਾ ਚਾਹੀਦਾ। ਚਾਹੇ ਉਹ ਸਿਆਸਤ ਆ, ਚਾਹੇ ਡੋਮੈਸਟਿਕ ਵਾਇਲੈਂਸ ਹੈਗੀ ਆ, ਔਰ ਉਸ ਦੇ ਵਿੱਚ ਮੈਂ ਦੇਖਦਾ ਹਾਂ ਔਰਤਾਂ ਦੇ ਉੱਤੇ ਤੇ ਬੜੇ ਵੱਡੇ ਤਸ਼ੱਦਦ ਹੁੰਦੇ ਨੇ। ਔਰ ਉਸ ਦੇ ਉੱਤੇ 2 ਬੱਚੀਆਂ ਇੱਥੇ ਮਾਰੀ ਤਾਂ ਬਹੁਤ ਗਈਆਂ, 2 ਬੇਟੀਆਂ, ਉਹਨਾਂ ਦੇ ਉੱਤੇ ਮੇਰੀ ਬੜੀ ਬਹੁਤ ਹੀ ਗੰਭੀਰ ਕਵਿਤਾ ਹੈਗੀ ਆ। ਸੋ ਮੈਂ ਉਹਨਾਂ ਦੇ ਖਿਲਾਫ ਵੀ ਲਿਖਿਆ ਹੈ। ਸੋ ਮਤਲਬ ਜੋ ਵੀ ਸੋਸ਼ਲ ਈਵਲਸ ਨੇ ਉਹਦੇ ਖਿਲਾਫ ਤੁਸੀਂ ਆਵਾਜ਼ ਬੁਲੰਦ ਕਰਦੇ ਹੈਗੇ। ਅਕਸਰ ਜੋ ਵੀ ਇੱਥੇ ਗਲਤ ਕੰਮ ਵਾਪਰਦਾ ਹੈ, ਖਾਸ ਤੌਰ ਤੇ ਆਪਣੇ
ਕਮਿਊਨਿਟੀ ਦੇ ਵਿੱਚ। ਸੋ ਉਸ ਨੂੰ ਮੈਂ ਹਮੇਸ਼ਾ ਕਵਿਤਾ ਦਾ ਰੂਪ ਦੇ ਕੇ ਲਿਖਦਾ ਰਹਿੰਦਾ ਹੈਗਾ ਔਰ ਲਿਖਦੇ ਰਹਾਂਗੇ, ਕਿਉਂਕਿ ਲੇਖਕ ਔਰ ਸਾਡੇ ਕੋਲ ਤਾਂ ਸ਼ਬਦ ਹੀ ਹੈਗੇ ਆ। ਬਿਲਕੁਲ ਜੀ, ਉਹਦੇ ਰਾਹੀਂ ਤੁਸੀਂ ਚੇਤਨਾ ਲਿਆ ਸਕਦੇ ਹੋ। ਮੈਨੂੰ ਲੱਗਦਾ ਹੈ ਸ਼ਬਦ ਇੱਕ ਬਹੁਤ ਵੱਡੀ ਪਾਵਰ ਹੈਗੀ ਆ, ਕਲਮ ਦੇ ਰਾਹੀਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ, ਬਾਕੀ ਬਿਲਕੁਲ ਜੀ। ਹਰ ਕੋਈ ਜੇਕਰ ਇਹੀ ਸੋਚ ਲੈ ਲੇ ਕਿ ਮੈਂ ਜਿਸ ਵੀ ਕਿੱਤੇ 'ਚ ਆਪਣਾ ਯੋਗਦਾਨ ਚੰਗੇ ਤਰੀਕੇ ਨਾਲ ਪਾਵਾਂ ਤਾਂ ਡੈਫੀਨਿਟਲੀ ਚੇਂਜ ਜਿਹੜਾ ਉਹ ਆ ਸਕਦਾ ਹੈ। ਅਖੀਰ ਵਿੱਚ ਦੋ ਚੀਜ਼ਾਂ ਹੋਰ ਮੈਂ ਜਾਣਨਾ ਚਾਹਾਂਗਾ। ਇੱਕ ਤਾਂ ਜ਼ਿੰਦਗੀ 'ਚ ਬਹੁਤ ਸਾਰਾ ਤੁਹਾਨੂੰ ਰਿਸਪੈਕਟ ਮਿਲੀ, ਬਹੁਤ ਸਾਰੇ ਆਨਰਸ ਮਿਲੇ, ਕੋਈ ਐਸੀ ਜ਼ਿੰਦਗੀ ਦੇ ਵਿੱਚ ਕੋਈ ਐਸੀ ਚੀਜ਼ ਹੋਏ ਜਿਸ ਤੇ ਤੁਸੀਂ ਮਾਣ ਮਹਿਸੂਸ ਕਰਦੇ ਹੋ ਕਿ ਮੈਂ ਕੁਝ ਵਾਪਸ ਕਮਿਊਨਿਟੀ ਨੂੰ ਦਿੱਤਾ, ਕੁਝ ਸ਼ੇਅਰ ਕਰਨਾ ਚਾਹੋਗੇ? ਉਹਦੇ ਵਿੱਚ ਇੱਦਾਂ ਸੀ ਜੀ, ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਇੰਡੀਆ ਵਿੱਚ ਵੀ ਚੰਡੀਗੜ੍ਹ ਆਪਣੇ ਕਾਲਜ ਦਾ ਪ੍ਰਧਾਨ ਰਿਹਾ ਸੀ ਕਿਸੇ ਸਮੇਂ ਵਿੱਚ। ਉਹਦੇ ਨਾਲ ਮੈਨੂੰ ਬੜੀਆਂ ਚੰਗੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹੜੇ ਬੜੇ ਮਹਾਨ ਹਸਤੀਆਂ ਸੀ। ਕਿਉਂਕਿ ਮੈਂ ਸਮਝਦਾ ਜਿਹੜਾ ਅਸੀਂ ਕੁਝ ਸਿੱਖਦੇ ਹਾਂ, ਜੈਸੀ ਸੰਗਤ ਵੈਸੀ ਰੰਗਤ, ਸੋ ਉਹਨਾਂ ਦੇ ਮੇਰੇ ਉੱਤੇ ਬੜਾ ਵੱਡਾ ਪ੍ਰਭਾਵ ਪਿਆ। ਮੈਂ ਚੰਗੇ ਲੋਕਾਂ ਤੋਂ, ਚੰਗੇ ਲੋਕਾਂ ਦੀ ਸੰਗਤ ਮਿਲੀ, ਉਹਨਾਂ ਤੋਂ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਬਾਕੀ ਮੈਂ ਐਡਮਿੰਟਨ ਰਹਿੰਦਾ ਸੀ, ਉਸ ਟਾਈਮ ਦੇ 2 ਸੰਸਥਾਵਾਂ ਅਸੀਂ ਉੱਥੇ ਬਣਾਈ ਜਿਹੜੀਆਂ ਅੱਜ ਤੱਕ ਬੜੀ ਸ਼ਾਨ ਸ਼ੌਕਤ ਨਾਲ ਚੱਲ ਰਹੀਆਂ। ਔਰ ਇੱਥੇ ਆ ਕੇ ਵੀ ਅਸੀਂ ਆਪਣੀ ਯਥਾ ਸ਼ਕਤੀ ਮੁਤਾਬਕ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਇੱਥੇ ਬਣਾਈ, ਜੋ 1986 'ਚ ਬਣੀ ਸੀ। ਮੈਂ ਐਡਮਿੰਟਨ 1991 ਵਿੱਚ ਇੱਥੇ ਮੂਵ ਹੋਇਆ ਸੀ, ਤੇ ਉਸ ਟਾਈਮ ਦੇ ਉੱਤੇ ਉਹ ਸੰਸਥਾ ਤੋਂ ਹੁਣ ਤੱਕ ਅਸੀਂ ਲੋਕਾਂ ਨੂੰ ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਾਂ। ਔਰ ਇਸ ਦੇ ਲਈ ਅਸੀਂ ਜੋ ਵੀ ਮਤਲਬ ਵੀ ਉਸਨੇ ਜੋ ਸੰਸਥਾ ਨੇ ਤਰੱਕੀ ਕੀਤੀ ਆ, ਲੋਕਾਂ ਨੂੰ ਪੰਜਾਬੀ ਭਾਸ਼ਾ ਦੇ ਵਿਕਸਿਤ ਕਰਨ ਲਈ ਜੋ ਉਹਨੇ ਰੋਲ ਅਦਾ ਕੀਤਾ ਹੈ, ਔਰ ਮੈਂ ਉਹਦੇ ਤੇ ਆਪਣਾ ਬਹੁਤ ਅੱਛਾ ਮਾਣ ਮੈਂ ਮਹਿਸੂਸ ਕਰਦਾ ਹੈਗਾ। ਔਰ ਜਦੋਂ ਤੱਕ ਜਿਉਂਦੇ ਆ ਇਹ ਕਰਦੇ ਰਹਾਂਗੇ। ਸੋ ਹੁਣ ਜਿੱਦਾਂ ਸਾਡਾ ਪ੍ਰੋਗਰਾਮ ਹੋ ਰਿਹਾ ਜੀ, ਤੁਹਾਨੂੰ ਪਤਾ ਵੀ 28 ਜਨਵਰੀ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰ ਅਮਰੀਕਾ ਦਾ ਪ੍ਰੋਗਰਾਮ ਹੈ, ਔਰ ਸਾਡੇ ਕਰੀਬ 100 ਦੇ ਕਰੀਬ ਲੇਖਕ ਸਾਡੇ ਨਾਲ ਜੁੜੇ ਹੋਏ ਨੇ। 28 ਮਾਰਚ ਨੂੰ ਪ੍ਰੋਗਰਾਮ ਹੋ ਰਿਹਾ ਹੈ, ਉਹ ਬੰਬੇ ਬੈਂਕੁਏਟ ਹਾਲ ਦੇ ਵਿੱਚ ਹੋ ਰਿਹਾ, 74 75 135 ਸਟਰੀਟ ਦੇ ਉੱਤੇ। ਸੈਚਰਡੇ ਉਸ ਦਿਨ ਹੈਗਾ, ਤੇ ਸ਼ਾਮ ਨੂੰ 6 ਵਜੇ ਤੇ ਉਹ ਪ੍ਰੋਗਰਾਮ ਆ। ਤੇ ਅਸੀਂ ਚਾਹੁੰਦੇ ਹਾਂ ਅਸੀਂ ਸਾਰੇ ਲੋਕਾਂ ਨੂੰ ਜੋ ਵੀ ਪੰਜਾਬੀ ਜ਼ਬਾਨ ਦੇ ਚਾਹਵਾਨ ਹਨ, ਤੇ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਆਓ ਤੇ ਦੇਖੋ ਕਿ ਅਸੀਂ ਪੰਜਾਬੀ ਭਾਸ਼ਾ ਲਈ ਕੀ ਕਰ ਰਹੇ ਹਾਂ। ਉੱਥੇ ਪੁਸਤਕਾਂ ਦੀ ਪ੍ਰਦਰਸ਼ਨੀ ਲੱਗੇਗੀ ਤੇ ਤੁਸੀਂ ਪੁਸਤਕਾਂ ਉੱਥੇ ਖਰੀਦ ਸਕਦੇ ਹੋ। ਔਰ ਸਭ ਤੋਂ ਵੱਧ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਤੁਸੀਂ ਆ ਕੇ ਦੇਖੋ ਪੰਜਾਬੀ ਭਾਸ਼ਾ ਲਈ ਅਸੀਂ ਕਿੰਨਾ ਕੰਮ ਹੋ ਰਿਹਾ ਇਸ ਦੇਸ਼ ਦੇ ਵਿੱਚ ਆ ਕੇ। ਵੈਰੀ ਨਾਈਸ। ਸੋ ਐਂਡ ਜਾਂਦੇ ਜੀ, ਵਿਦ ਯੋਰ ਐਕਸਪੀਰੀਅੰਸ, ਜਿਹੜਾ ਕੋਈ ਲੇਖਕ ਬਣਨਾ ਚਾਹੁੰਦਾ ਹੈ ਨੌਜਵਾਨ ਪੀੜ੍ਹੀ ਵਿੱਚੋਂ, ਉਸ ਨੂੰ ਬਰੀਫਲੀ ਕੀ ਮੈਸੇਜ ਦੇਣਾ ਚਾਹੋਗੇ? ਕਿਹੜੀ ਉਹ ਜਜ਼ਬੇ ਨਾਲ ਲਿਖੇ ਜਿਸ ਨਾਲ ਕਿ ਉਹ ਹਰਮਨ ਪਿਆਰਾ ਬਣ ਸਕੇ ਤੁਹਾਡੇ ਵਾਂਗੂ ਲੋਕਾਂ ਦੇ ਵਿੱਚ? ਤਾਂ ਉਹਦੇ ਵਿੱਚ ਇੱਦਾਂ ਹੈਗਾ ਜੀ, ਮੇਰਾ ਖਿਆਲ ਆ ਉਸ ਦੇ ਵਿੱਚ ਜਦੋਂ ਅਸੀਂ ਲੇਖਕ ਬਣਨਾ ਹੈਗਾ, ਉਸ ਲਈ ਸਭ ਤੋਂ ਪਹਿਲਾਂ ਪੜ੍ਹਨਾ ਬੜਾ ਜ਼ਰੂਰੀ ਹੈ ਜੀ। ਸਾਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈਗਾ। ਔਰ ਉਸ ਤੇ ਸਾਰਾ ਫਿਰ ਤੁਸੀਂ ਲੇਖਕਾਂ ਦੇ ਕੋਲ ਚੰਗੀ ਸੰਗਤ ਦੇ ਵਿੱਚ ਆਓ ਤੇ ਉਹਨਾਂ ਨੂੰ ਪੜ੍ਹੋ, ਚੰਗੇ ਲੇਖਕਾਂ ਨੂੰ ਪੜ੍ਹੋ ਤੇ ਚੰਗੇ ਲੋਕਾਂ ਵਿੱਚ ਉੱਠੋ ਬੈਠੋ। ਤੇ ਫਿਰ ਜਦੋਂ ਅਸੀਂ ਸੰਸਥਾਵਾਂ 'ਚ ਆਉਂਗੇ ਤਾਂ ਜਿਹੜੀ ਤੁਹਾਡੀ ਲਿਖਣੀ ਉਹ ਇੰਪਰੂਵ ਹੋਏਗੀ। ਕਿਉਂਕਿ ਜੇ ਮੈਂ ਘਰ ਬੈਠੇ ਕਿ ਉਹਦੇ ਨਾਲ ਅਸੀਂ ਸਿੱਖਣ ਵਾਲੇ ਜਿਹੜੀ ਐਕਚੁਅਲੀ ਇਹ ਸੰਸਥਾਵਾਂ ਨੇ, ਇਹ ਤੇ ਸਿਰਫ ਇੱਕ ਪਾਠਸ਼ਾਲਾ ਹੈ। ਇੱਥੋਂ ਅਸੀਂ ਸਿੱਖਦੇ ਹਾਂ। ਅਸੀਂ ਆਪ, ਮੈਂ ਹੁਣ ਤੱਕ ਮੈਂ ਆਪਣੇ ਆਪ ਨੂੰ ਕਦੇ ਵੀ ਮੈਂ ਕੋਈ ਚੰਗਾ ਲਿਖਿਆ, ਪਰ ਮੈਂ ਤਾਂ ਹਰ ਰੋਜ਼ ਸਿੱਖਦਾ। ਬਹੁਤ ਖੂਬ ਜੀ, ਇਟ ਵਾਜ਼ ਅ ਪਲੇਜ਼ਰ ਟਾਕਿੰਗ ਟੂ ਯੂ। ਬਹੁਤ ਮਿਹਰਬਾਨੀ ਤੇ ਸ਼ੁਭ ਕਾਮਨਾਵਾਂ ਕਿ ਜਿਸ ਤਰੀਕੇ ਨਾਲ ਤੁਸੀਂ ਜਿਸ ਮਕਸਦ ਨਾਲ ਲਿਖਦੇ ਹੋ ਉਸ ਵਿੱਚ ਹੋਰ ਕਾਮਯਾਬ ਹੋ ਤੇ ਅਸੀਂ ਆਪਣੇ ਸਮਾਜ ਵਿੱਚ ਚੇਤਨਾ ਲਿਆ ਸਕੀਏ। ਥੈਂਕ ਯੂ ਵੈਰੀ ਮਚ ਫॉर ਇਟ। Thank you.